ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ। ਤੁਸੀਂ ਸੁਣ ਰਹੇ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਅੱਜ ਦੀਆਂ ਖਬਰਾਂ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਰੇ ਆਪਣੇ ਜਿੰਨਾ ਪੰਜਾਬੀ ਭਾਈਚਾਰਾ ਉਹਨਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਦੇਣੀਆਂ ਚਾਹੁੰਦੇ। ਸਵੇਰ ਦਾ ਅਪਡੇਟ ਨਹੀਂ ਹੋਇਆ, ਪਰ ਸਭ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਅਤੇ ਜੋ ਆਪਣੇ ਮੁਸਲਿਮ ਵੀਰ ਨੇ ਉਹਨਾਂ ਨੂੰ ਰਮਾਦਾਨ ਦੀਆਂ ਜਿਹੜੀਆਂ ਮੁਬਾਰਕਾਂ ਹੋਣ ਜੀ, ਰਮਾਦਾਨ ਮੁਬਾਰਕ ਹੋਣ ਜੀ। ਵੱਧਦੇ ਹਾਂ ਜੀ ਅੱਜ ਦੇ ਅਪਡੇਟਾਂ ਵੱਲ, ਅੱਜ ਦੀਆਂ ਗਿਣਤੀਆਂ ਵੱਲ। ਸਭ ਤੋਂ ਪਹਿਲਾਂ ਦੇਖਦੇ ਹਾਂ ਇਟਲੀ ਦੇ ਵਿੱਚ ਨਵੇਂ ਕੇਸ। 13,447 ਨਵਾਂ ਕੇਸ, 476 ਮਰੀਜ਼ਾਂ ਦੀ ਹੋਈ ਮੌਤ, 18,160 ਬੰਦਾ ਟੋਟਲ ਹੋਇਆ ਇਟਲੀ ਦੇ ਵਿੱਚ ਠੀਕ। ਅਤੇ ਜੇ ਗੱਲ ਪੋਜ਼ੀਟਿਵ ਮਰੀਜ਼ਾਂ ਦੀ ਕਰੀਏ, 5,19,220 ਪੋਜ਼ੀਟਿਵ ਮਰੀਜ਼, 3,526 3,526 ਐਮਰਜੈਂਸੀ ਵਾਰਡਾਂ ਦੇ ਵਿੱਚ ਮੌਜੂਦ ਨੇ ਅੱਜ ਵੀ। 26,952 ਕੋਵਿਡ ਦੇ ਸਿੰਪਟਮ ਦੇ ਨਾਲ ਹੌਸਪੀਟਲਾਂ ਦੇ ਵਿੱਚ ਐਡਮਿਟ। 4,88,742 ਜਿਹੜਾ ਬੰਦਾ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ। ਅਤੇ ਉਸ ਤੋਂ ਬਾਅਦ ਜੇ ਅਸੀਂ ਵੈਕਸੀਨ ਦੀ ਗੱਲ ਕਰਦੇ ਹਾਂ ਤਾਂ ਇੰਡੀਆ ਅੱਜ ਵੀ ਤੀਸਰੇ ਨੰਬਰ 'ਤੇ ਦੁਨੀਆ ਦੇ ਵਿੱਚ। 108 ਮਿਲੀਅਨ ਨੂੰ ਪਹਿਲਾ ਡੋਜ਼ ਅਤੇ ਜਿਹੜਾ ਦੂਸਰਾ ਡੋਜ਼ ਆ ਤਕਰੀਬਨ 1,34,90,000 ਨੂੰ ਲਾ ਚੁੱਕਾ, 13 ਮਿਲੀਅਨ ਨੂੰ। ਅਤੇ ਗੱਲ ਅਸੀਂ ਇਟਲੀ ਦੀ ਕਰੀਏ, ਇਟਲੀ ਨੇ ਆਪਣਾ ਜਿਹੜਾ 13ਵਾਂ ਨੰਬਰ ਦੁਨੀਆ ਦੇ ਵਿੱਚ ਬਰਕਰਾਰ ਰੱਖਿਆ ਜੀ। ਰਸ਼ੀਆ ਤੋਂ ਬਾਅਦ, ਫਰਾਂਸ ਅਤੇ ਰਸ਼ੀਆ ਤੋਂ ਬਾਅਦ 13ਵੇਂ ਨੰਬਰ 'ਤੇ ਇਟਲੀ ਆ, ਜਿਹਨੇ 1,33,77,145 ਨੂੰ ਪਹਿਲਾ ਅਤੇ 40,18,236 ਨੂੰ ਦੂਸਰਾ ਡੋਜ਼ ਲਾ ਦਿੱਤਾ ਜੀ। ਦੇਖੀ ਸਭ ਤੋਂ ਵੱਧ ਜਿਹੜੀ ਅੱਜ ਦੀ ਗਿਣਤੀ ਹੈ ਜੀ, ਸਭ ਤੋਂ ਵੱਧ ਕੇਸ ਕਿੱਥੇ ਆਏ ਨੇ? ਜੇਕਰ ਅਸੀਂ ਉਹਨਾਂ ਦੀ ਗਿਣਤੀ ਕਰੀਏ ਤਾਂ ਅੱਜ ਸਭ ਤੋਂ ਵੱਧ ਜਿਹੜੇ ਕੇਸ ਆਏ 2,000 ਤੋਂ ਜਿਹੜੀ ਗਿਣਤੀ ਆ ਘੱਟ ਹੀ ਰਹੀ ਆ। ਪਰ ਸਭ ਤੋਂ ਵੱਧ ਨੰਬਰ ਆ ਜਿਹੜਾ ਲੋਂਬਰਦੀ, ਜਿਹਦੇ ਵਿੱਚ 1975, ਕੰਪਾਨੀਆ ਦੇ ਵਿੱਚ 1,627, ਸਿਚੀਲੀਆ ਦੇ ਵਿੱਚ 1,384, ਪੂਲੀਆ ਦੇ ਵਿੱਚ 1,191 ਅਤੇ ਲਾਤਸੀਓ ਦੇ ਵਿੱਚ 1,164 ਨਵੇਂ ਕੇਸ ਦਰਜ ਹੋਏ ਨੇ। ਤੋਂ ਬਾਅਦ ਜੇਕਰ ਅਸੀਂ ਪੀਮੋਂਤੇ ਦੀ ਗੱਲ ਕਰੀਏ, 1,057, ਤੋਸਕਾਨਾ ਵਿੱਚ 934, ਵੇਨੇਤੋ 883, ਈਮੀਲੀਆ ਰੋਮਾਨੀਆ 785, ਕਲਾਬਰੀਆ 577, ਫ੍ਰੀਲੀ ਵੈਨੇਸੀਆ ਦੇ ਵਿੱਚ ਆਏ ਨੇ 371, ਸਰਦੀਨੀਆ 327, ਲਿਗੂਰੀਆ 231, ਮਾਰਕੇ ਦੇ ਵਿੱਚ 222, ਬਸੀਲੀਕਾਤਾ 182, ਅਬਰੂਤਸੋ 174, ਤਰੇਂਤੋ 119, ਉਮਬਰੀਆ 109 ਅਤੇ ਬੋਲਸਾਨੋ ਵਿੱਚ 87 ਅਤੇ ਵਾਲੇ ਦੌਸਤਾ ਦੇ ਵਿੱਚ 48 ਅਤੇ ਮੋਲੀਜ਼ੇ ਦੇ ਵਿੱਚ ਨਵਾਂ ਮੋਲੀਜ਼ੇ ਆ ਜਿਹੜਾ, ਇਹਦੇ ਵਿੱਚ ਕੋਈ ਵੀ ਨਵਾਂ ਕੇਸ ਅੱਜ ਦੇਖਣ ਨੂੰ ਨਹੀਂ ਮਿਲਿਆ। ਪਰ ਜੇ ਗੱਲ ਕਰੀਏ ਟੈਸਟਾਂ ਦੀ, ਇਟਲੀ ਦੇ ਵਿੱਚ ਜਿਹੜੇ ਟੋਟਲ ਟੈਸਟ ਅੱਜ ਕਿੰਨੇ ਕੀਤੇ ਗਏ ਨੇ, ਤਾਂ ਇਟਲੀ ਦੇ ਵਿੱਚ ਜਿਹੜੇ ਅੱਜ ਟੋਟਲ ਟੈਸਟ ਕੀਤੇ ਗਏ ਆ ਜੀ 3,04,990। ਕੱਲ੍ਹ ਦੇ ਨਾਲੋਂ 1 ਲੱਖ ਤਕਰੀਬਨ 1.25 ਲੱਖ ਜਿਹੜਾ ਟੈਸਟ ਕੱਲ੍ਹ ਦੇ ਨਾਲੋਂ ਜ਼ਿਆਦਾ ਕੀਤਾ ਗਿਆ। ਜਿਹੜੀ ਟੈਸਟ ਦੀ ਪੋਜ਼ੀਟਿਵਿਟੀ ਅੱਜ ਰਹੀ ਹੈ ਜੀ 4.4%। ਕਹਿਣ ਦਾ ਭਾਵ ਹਰ 100 ਪਿੱਛੇ 4 ਅਤੇ 1000 ਪਿੱਛੇ 44 ਬੰਦੇ ਇਟਲੀ ਦੇ ਵਿੱਚ ਪੋਜ਼ੀਟਿਵ ਚੱਲ ਰਹੇ ਸੀ। ਵੱਧਦੇ ਹਾਂ ਜੀ ਅੱਜ ਦੀਆਂ ਖਾਸ ਖਬਰਾਂ ਵੱਲ। ਸਭ ਤੋਂ ਪਹਿਲੀ ਜੋ ਖਬਰ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜੀ ਚਰਚਾ ਦੇ ਵਿੱਚ ਰਹੀ ਆ, ਉਹ ਹੈ ਜੀ ਵੈਕਸੀਨ ਜੌਨਸਨ ਐਂਡ ਜੌਨਸਨ, ਜਿਹਨੂੰ ਇੱਕ ਕਿਸਮ ਨਾਲ ਜੀ ਇਸ ਮਹਾਂਮਾਰੀ ਦੇ ਵਿੱਚ ਇਹਨੂੰ ਇੱਕ ਸੰਜੀਵਨੀ ਦੀ ਤਰ੍ਹਾਂ ਮੰਨਿਆ ਜਾ ਰਿਹਾ ਸੀ, ਕਿਉਂਕਿ ਬਾਕੀ ਜਿਹੜੀਆਂ ਵੈਕਸੀਨ ਇਹਨਾਂ ਦੇ 2 ਡੋਜ਼, ਪਰ ਜੌਨਸਨ ਐਂਡ ਜੌਨਸਨ ਵੈਕਸੀਨ ਦਾ ਸਿਰਫ 1 ਹੀ ਡੋਜ਼ ਲੱਗਦਾ, ਜਿਹਦੇ ਨਾਲ ਬੰਦੇ ਨੂੰ ਦੂਸਰੇ ਡੋਜ਼ ਦੀ ਲੋੜ ਨਹੀਂ ਪੈਂਦੀ ਅਤੇ ਉਹਦੇ ਅੰਦਰ ਉਹ ਅੰਤੀਕੌਰ ਵੀ ਤਾਕਤ ਪੈਦਾ ਹੋ ਜਾਂਦੀ ਆ, ਜਿਹਦੇ ਨਾਲ ਬੰਦੇ ਨੂੰ ਪ੍ਰੋਬਲਮ ਨਹੀਂ ਆਉਂਦੀ, ਬੰਦੇ ਨੂੰ ਬਿਮਾਰੀ ਨਹੀਂ ਲੱਗਦੀ। ਪਰ ਹੁਣ ਗੱਲ ਇੱਦਾਂ ਹੋਈ ਹੈ ਕਿ ਅਮਰੀਕਾ ਨੇ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਅਤੇ FDA ਜਿਹੜਾ ਉੱਥੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਵੈਕਸੀਨ ਆ ਜਿਹੜੀਆਂ ਨੂੰ ਬੰਦ ਕਰਨਾ ਚਾਹੁੰਦੇ ਜੌਨਸਨ ਐਂਡ ਜੌਨਸਨ ਨੂੰ। ਕਾਰਨ ਕੀ ਹੈ ਜੀ? ਕਾਰਨ ਇਹ ਆ 68 ਲੱਖ ਜਿਹੜੀ ਵੈਕਸੀਨ ਲੋਕਾਂ ਦੇ ਲੱਗੀ ਆ ਜੌਨਸਨ ਐਂਡ ਜੌਨਸਨ ਦੀ, ਅਤੇ 90 ਲੱਖ ਜਿਹੜੀਆਂ ਬਾਕੀ ਸਟੇਟਾਂ ਨੇ ਉਹਨਾਂ ਦੇ ਵਿੱਚ ਪਹੁੰਚਾਈ ਗਈ ਹੈ। ਹੁਣ ਗੱਲ ਕੀ ਹੋਇਆ ਜੀ, 68 ਲੱਖ ਵੈਕਸੀਨ ਦੇ ਪਿੱਛੇ ਜਿਹੜੀਆਂ ਮੌਤਾਂ ਹੋਈਆਂ ਨੇ, 6 ਔਰਤਾਂ ਦੀ ਮੌਤ ਹੋਈ ਹੈ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 48 ਸਾਲ ਤੱਕ ਦੱਸੀ ਜਾ ਰਹੀ ਹੈ। ਅਤੇ ਮੌਤ ਦਾ ਜਿਹੜਾ ਟਾਈਮ ਤਕਰੀਬਨ ਵੈਕਸੀਨ ਤੋਂ 2 ਹਫ਼ਤੇ ਬਾਅਦ ਹੋਇਆ, ਕਿ 8-10 ਦਿਨਾਂ 12 ਦਿਨਾਂ ਦੇ ਬਾਅਦ ਉਹਨਾਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਐਲਰਜੀ ਪਾਈ ਗਈ, ਜਿਨ੍ਹਾਂ ਦੇ ਵਿੱਚ ਕੀ ਆ ਜੀ, ਉਹੀ ਖੂਨ ਦੇ ਵਿੱਚ ਜਿਹੜੀਆਂ ਗੱਠਾਂ ਬਣਨ ਦੀ ਗੱਲਬਾਤ ਸਾਹਮਣੇ, ਖੂਨ ਦੇ ਵਿੱਚ ਗੱਠਾਂ ਬਣਨ ਦੇ ਨਾਲ ਉਹਨਾਂ ਦੀ ਮੌਤ ਹੋਈ ਆ। ਅਤੇ ਇਸ ਟਾਈਮ ਦੱਸਿਆ ਜਿਹੜਾ FDA ਜਿਹੜੀ ਉੱਥੇ ਦੀ ਅਮਰੀਕਾ ਦੀ ਫੂਡ ਡਰੱਗ ਐਂਡ ਐਡਮਿਨਿਸਟ੍ਰੇਸ਼ਨ ਆ, ਐਡਮਿਨਿਸਟ੍ਰੇਸ਼ਨ ਜਿਹੜਾ ਉੱਥੇ ਦਾ, ਉਹ ਕਹਿ ਰਹੇ ਨੇ ਕਿ ਇਹਦੇ ਨਾਲ ਫਿਲਹਾਲ ਇਸ ਟਾਈਮ ਉਹਨਾਂ ਦੀ ਜਿਹੜੀ ਮੌਤ ਹੋਈ ਆ ਉਹਦਾ ਡਾਇਰੈਕਟ ਅਸੀਂ ਕਨੈਕਟ ਨਹੀਂ ਕਰ ਸਕਦੇ। ਉਸ ਤੋਂ ਬਾਅਦ ਸ਼ਾਇਦ ਹੋ ਸਕਦਾ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਊਗਾ। ਪਰ ਇਹ ਖਬਰ ਸੁਣਨ ਤੋਂ ਬਾਅਦ ਯੂਰਪ ਦੇ ਵਿੱਚ ਵੀ ਜਿਹੜੀ ਵੈਕਸੀਨ ਆ ਰਹੀ ਹੈ, ਜੌਨਸਨ ਐਂਡ ਜੌਨਸਨ ਦੀ ਜਿਹੜੀ ਵੈਕਸੀਨ ਆਉਣੀ ਸੀ, ਯੂਰਪ ਦੇ ਵਿੱਚ ਵੀ ਸੁਣਿਆ ਜਾ ਰਿਹਾ ਕਿ
ਤਕਰੀਬਨ ਜੋ ਆਸਟਰਾਜ਼ੇਨੇਕਾ ਨਾਲ ਕੰਮ ਹੋਇਆ, ਆਸਟਰਾਜ਼ੇਨੇਕਾ ਦੇ ਵਿੱਚ ਵੀ ਇੱਦਾਂ ਦੀਆਂ ਹੀ ਐਲਰਜੀ ਦੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਸੀ, ਲੋਕ ਡਰ ਰਹੇ ਸੀ। ਅਤੇ ਇਟਲੀ ਦੇ ਵਿੱਚ ਹੋ ਸਕਦਾ ਇਹ ਤੋਂ ਵੀ ਡਰਨਾ ਸ਼ੁਰੂ ਕਰ ਦੇਣਗੇ। ਪਰ ਚੱਕਰ ਇਹ ਹੈ ਕਿ ਇਟਲੀ ਦੇ ਵਿੱਚ ਆਸਟਰਾਜ਼ੇਨੇਕਾ ਆਪਣੀ ਜਿਹੜੀ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਆ ਹੁਣ ਲੇਟ ਹੋ ਸਕਦੀ ਆ। ਅਤੇ ਜਿਹੜਾ ਇਹਨਾਂ ਦਾ ਡੋਜ਼ ਪਹੁੰਚਿਆ ਸੀਗਾ 2021 ਦੇ ਵਿੱਚ ਪੂਰੇ ਯੂਰਪ ਦੇ ਵਿੱਚ 200 ਮਿਲੀਅਨ ਡੋਜ਼ਾਂ ਆਉਣੀਆਂ ਸੀਗੀਆਂ ਨੇ। ਅਤੇ ਅਮਰੀਕਾ ਦੇ ਵਿੱਚ ਸਟਾਪ ਲੱਗਣ ਤੋਂ ਬਾਅਦ, ਰੁਕਣ ਤੋਂ ਬਾਅਦ ਯੂਰਪ ਨੇ ਵੀ ਕਿਹਾ ਵੀ ਅਸੀਂ ਇਹਨੂੰ ਥੋੜ੍ਹਾ ਜਿਹਾ ਰੋਕ ਕੇ ਦੇਖਣਾ ਪੈਣਾ ਵੀ ਇਹਦੇ ਨਾਲ ਕਿਤੇ ਉਹੀ ਨਾ ਹੋਵੇ ਕਿ ਆਸਟਰਾਜ਼ੇਨੇਕਾ ਵਾਲੀ ਪ੍ਰੋਬਲਮ ਇਹਦੇ ਵਿੱਚ ਵੀ ਆ ਜਾਏ। ਅਤੇ ਬਾਕੀ ਜਿੱਦਾਂ ਹੀ ਇਹਦੇ ਬਾਰੇ ਸਾਨੂੰ ਕੋਈ ਅਪਡੇਟ ਮਿਲਦਾ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਤੁਹਾਨੂੰ ਇੱਕ ਵਾਰ ਫਿਰ ਯਾਦ ਕਰਾ ਦਈਏ, ਇਟਲੀ ਦੇ ਵਿੱਚ ਪਹੁੰਚ ਗਈ ਆ ਜੌਨਸਨ ਐਂਡ ਜੌਨਸਨ, ਪਰ ਇਟਲੀ ਦੇ ਵਿੱਚ ਸ਼ਾਇਦ ਲੱਗਣੀ ਸ਼ੁਰੂ ਨਹੀਂ ਹੋਈ ਸੀ, ਪਰ ਜਿੱਦਾਂ ਹੀ ਲੱਗਣੀ ਸ਼ੁਰੂ ਹੋਊਗੀ, ਪਰ ਲਾਉਣ ਤੋਂ ਪਹਿਲਾਂ ਉਹਨਾਂ ਨੇ ਇਹ ਗੱਲਾਂ ਨੂੰ ਕਲੀਅਰ ਕਰਨਾ। ਵੱਧਦੇ ਹਾਂ ਜੀ ਆਪਣੇ ਹੋਰ ਅਪਡੇਟਾਂ ਵੱਲ। ਅਗਲਾ ਅਪਡੇਟ ਆ ਰਿਹਾ ਜੀ, ਆਪਾਂ ਰੋਮਾ ਦੇ ਵਿੱਚ ਜਿਹੜੇ ਰਿਸਟੋਰਾਤੋਰੀ ਜਿਨ੍ਹਾਂ ਨੂੰ ਅਸੀਂ ਕਹਿ ਰਹੇ ਨੇ, ਜਿਹੜਾ ਇੱਕ ਨਵਾਂ ਸੰਘਰਸ਼ ਚੱਲਿਆ, ਇੱਕ ਨਵਾਂ ਅੰਦੋਲਨ ਚੱਲਿਆ ਜੀ, ਉਹਦਾ ਨਾਮ ਹੈ ਈਓ ਆਪਰੋ, ਕਿ ਮੈਂ ਤਾਂ ਵੀ ਖੋਲ੍ਹਣਾ। ਦੁਕਾਨਾਂ ਜਿਹੜੀਆਂ ਬੰਦ ਕੀਤੀਆਂ ਨੇ, ਰੋਮਾ ਦੇ ਵਿੱਚ ਜਾ ਕੇ ਕਾਫੀ ਵੱਡਾ ਪ੍ਰਦਰਸ਼ਨ ਕੀਤਾ ਗਿਆ, ਸਰਕਾਰ ਦੇ ਨਾਲ ਪੁਲਿਸ ਦੇ ਨਾਲ ਮੁੱਠਭੇੜ ਹੋਈ ਆ, ਲਾਠੀ ਚਾਰਜ ਕਾਫੀ ਕੁਛ ਹੋਇਆ, ਉਹਨਾਂ ਦੇ ਰੋੜੇ ਮਾਰੇ ਗਏ, ਬੱਟੇ ਮਾਰੇ ਗਏ, ਚੱਕ ਕੇ ਜੋ ਹੱਥ 'ਚ ਆਇਆ ਪੁਲਿਸ ਦੇ ਭਰਾਇਆ ਗਿਆ। ਅਤੇ ਤਕਰੀਬਨ 30-40 ਬੰਦੇ ਉਹਨਾਂ ਨੂੰ ਆਇਡੈਂਟੀਫਾਈ ਵੀ ਕਰ ਲਏ ਜਿਹੜੇ ਵਿੱਚ ਸੀਗੇ। 700-800 ਬੰਦਾ ਪਹੁੰਚਿਆ ਸੀ ਵਿੱਚ, ਜਿਹੜੇ ਸ਼ਰਾਰਤੀ ਅੰਗ ਉੱਥੇ ਹੀ ਸੀਗੇ। ਬਾਕੀ ਜਿਹੜੇ ਲੜਾਈ ਨਹੀਂ ਕਰਨਾ ਚਾਹੁੰਦੇ ਸੀ ਉਹ ਉਸ ਹਿੱਸੇ ਤੋਂ, ਗਰੁੱਪ ਤੋਂ ਬਾਹਰ ਹੋ ਗਏ ਸੀ। ਪਰ ਅੱਜ ਇੱਕ ਨਵੀਂ ਗੱਲ ਸਾਹਮਣੇ ਆਈ ਹੈ। ਨਵੀਂ ਗੱਲ ਕੀ ਸਾਹਮਣੇ ਆਈ ਹੈ ਜੀ, ਜਿਹੜਾ ਆਊਟੋਸਟਰਾਦਾ ਆ, ਆਊਟੋਸਟਰਾਦਾ ਆਊਨੋ ਆ, ਜਿਹੜਾ ਇਹ ਇੱਕ ਨਾਂ ਦਾ ਆਊਟੋਸਟਰਾਦਾ ਜਿਹੜਾ ਔਰਤੇ ਅਤੇ ਅਤਿਲਿਆਨੋ ਦੇ ਵਿੱਚ ਆ ਰਿਹਾ ਜੀ। ਉਹਨਾਂ ਨੇ ਕਿਆ ਕੀਤਾ ਜੀ, ਇਹ ਗਏ ਆ ਆਊਟੋਸਟਰਾਦੇ 'ਤੇ ਗਏ, ਗੱਡੀਆਂ ਨੂੰ ਹੌਲੀ ਹੌਲੀ ਕਰਕੇ ਜੀ ਉੱਤੇ ਹੀ ਧਰਨਾ ਲਾ ਦਿੱਤਾ। ਹਾਂਜੀ ਬਿਲਕੁਲ ਤੁਸੀਂ ਸਹੀ ਸੁਣਿਆ ਜੀ, ਆਊਟੋਸਟਰਾਦਾ ਆਊਨੋ ਜਿਹੜਾ ਔਰਤੇ ਦੇ ਕੋਲ ਆ ਜੀ, ਉਹ ਪੂਰਾ ਬਲੌਕ ਕਰ ਦਿੱਤਾ, ਚੱਕਾ ਜਾਮ ਕਰਤਾ ਇਟਲੀ ਦੇ ਵਿੱਚ। ਕਿਉਂਕਿ ਕਹਿ ਰਹੇ ਨੇ ਕਿ ਸਾਡੀਆਂ ਦੁਕਾਨਾਂ ਨੂੰ ਖੋਲ੍ਹਿਆ ਜਾਵੇ। ਸਰਕਾਰ ਨੂੰ ਗੋਡੇ ਟੇਕਣ 'ਤੇ ਮਜਬੂਰ ਕਰ ਰਹੀ ਆ ਆਵਾਮ ਕਿ ਤੁਸੀਂ ਸਾਡੇ ਨਾਲ ਧੱਕਾ ਨਹੀਂ ਕਰ ਸਕਦੇ। 1 ਸਾਲ ਅਸੀਂ ਤੁਹਾਡਾ ਜਿਹੜਾ ਧੱਕਾ ਸਹਿ ਲਿਆ, ਪਰ ਹੋਰ ਅਸੀਂ ਨਹੀਂ ਕਰ ਸਕਦੇ। ਇਹ ਜੋ ਚੱਕਾ ਜਾਮ ਆ ਸਿਰਫ ਆਊਟੋਸਟਰਾਦੇ 'ਤੇ ਨਹੀਂ, ਅੱਜ ਫਿਰ ਜਿਹੜਾ ਇਟਲੀ ਦੀਆਂ ਜਿਹੜੀਆਂ ਪਾਰਲੀਮੈਂਟਾਂ, ਜਿਹੜੇ ਭਵਨ ਹੁੰਦੇ ਆ, ਜਿਹੜੇ ਉੱਥੇ ਜਿੱਥੇ ਸਾਰੇ ਇਹਨਾਂ ਦੇ ਪਲਾਜ਼ੋ ਕੀਜੀ ਹੋ ਗਏ, ਜਿਨ੍ਹਾਂ ਦੇ ਵਿੱਚ ਇਹਨਾਂ ਦੀਆਂ ਜਿੰਨੇ ਵੀ ਕਾਨੂੰਨ ਹੁੰਦੇ, ਇਹਨਾਂ ਨੇ ਬੈਠ ਕੇ ਉੱਥੇ ਪਾਰਲੀਮੈਂਟ ਦੇ ਵਿੱਚ, ਸਭਾ ਦੇ ਵਿੱਚ ਜਾ ਕੇ ਮੋਹਰੇ ਇਹਨਾਂ ਨੇ ਪ੍ਰਦਰਸ਼ਨ ਕਰਨਾ ਸੀ। ਪਰ ਪੁਲਿਸ ਪਹਿਲਾਂ ਹੀ ਤੈਨਾਤ ਸੀ, ਜਿਸ ਕਾਰਨ ਇਹਨਾਂ ਨੂੰ ਉੱਥੇ ਨਹੀਂ ਪਹੁੰਚਣ ਦਿੱਤਾ ਗਿਆ। ਕਾਫੀ ਹੱਦ ਤੱਕ ਬੰਦੇ ਪਹੁੰਚੇ ਆ। ਅੱਜ ਵੀ ਜਿਹੜਾ ਉੱਥੇ ਹਿੰਸਾ ਕਰਨ ਦੀ ਸੁਣਿਆ ਜਾ ਰਿਹਾ ਕਿ ਸਕੀਮ ਸੀਗੀ। 120 ਬੰਦੇ ਆਇਡੈਂਟੀਫਾਈ ਅੱਜ ਵੀ ਕਰ ਲਏ ਆ। 6 ਬੰਦਿਆਂ ਨੂੰ ਕਸਤੂਰਾ ਲੈ ਕੇ ਗਏ ਆ, ਕੁਛ ਬੰਦੇ ਬੋਲੋਨੀਆ 'ਚ ਰੋਕ ਲਿਆ, ਕੁਛ ਬੰਦੇ ਇਹਨਾਂ ਨੇ ਰੋਮਾ ਰੋਕਿਆ। ਕਹਿਣ ਦਾ ਮਤਲਬ ਕਾਫੀ ਵੱਡੇ ਪੱਧਰ 'ਤੇ ਇਕੱਠ ਹੋਣ ਜਾ ਰਿਹਾ ਸੀ, ਪਰ ਸਰਕਾਰ ਨੇ ਤਕਰੀਬਨ ਇਹਦੇ ਉੱਤੇ ਰੋਕਥਾਮ ਪਾ ਲਈ। ਸ਼ਾਇਦ ਸਰਕਾਰ ਤੱਕ ਪਹੁੰਚ ਗਈ ਸੀ ਖਬਰ ਕਿ ਸਾਵਧਾਨ ਹੋ ਜਾਓ, ਅੱਜ ਇਟਲੀ ਦੇ ਵਿੱਚ ਆਹ ਕੰਮ ਹੋਣ ਜਾ ਰਿਹਾ। ਅਗਲੀ ਖਬਰ ਵੱਲ ਚੱਲਦੇ ਹਾਂ। ਅਗਲੀ ਖਬਰ ਆ ਜੀ, ਇੱਕ ਬੰਦਾ ਕੀ ਕਰ ਰਿਹਾ ਸੀ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਬਿਨਾਂ ਆਊਟੋਸਟਰਾਦੇ 'ਤੇ ਪੈਸੇ ਦਿੱਤੇ ਹੀ ਆਊਟੋਸਟਰਾਦੇ ਤੋਂ ਬਾਹਰ ਨਿਕਲ ਰਿਹਾ ਸੀ, ਘੁੰਮ ਰਿਹਾ ਸੀ। ਕਹਿਣ ਦਾ ਮਤਲਬ ਕਿ ਆਊਟੋਸਟਰਾਦੇ 'ਚ ਐਂਟਰ ਹੁੰਦਾ ਸੀ, ਬਿਨਾਂ ਪੈਸੇ ਦਿੱਤੇ ਹੀ ਉੱਥੋਂ ਨਿਕਲ ਜਾਂਦਾ ਸੀ। ਲਾਸਟਲੇ ਦੱਸਿਆ ਜਾ ਰਿਹਾ 6 ਮਹੀਨਿਆਂ ਤੋਂ ਉਹ ਇਹੀ ਕੰਮ ਕਰ ਰਿਹਾ। ਉਹਦਾ ਤਰੀਕਾ ਕੀ ਸੀਗਾ? ਤਰੀਕਾ ਇਹ ਸੀ, ਜਿਸ ਟਾਈਮ ਕੋਈ ਹੋਰ ਗੱਡੀ ਨਿਕਲਣ ਲੱਗਦੀ ਸੀ ਉਹਦੇ ਨਾਲ ਗੱਡੀ ਲਾ ਲੈਂਦਾ ਸੀ, ਅਤੇ ਜਿਹੜਾ ਸੈਂਸਰ ਸੀਗਾ ਉਹਨੂੰ ਲੱਗਦਾ ਵੀ ਸ਼ਾਇਦ ਇਹ ਗੱਡੀ ਡਬਲ ਆ, ਅਤੇ ਜਾਂ ਫਿਰ ਇਹ ਜਿਹੜਾ ਸੈਂਸਰ ਹੁੰਦੇ ਆ ਉਹ ਇਹੀ ਦੇਖਦੇ ਆ, ਸਪੇਸ ਦੇਖਦੇ ਆ ਵਿੱਚ ਹੈ ਜਾਂ ਨਹੀਂ, ਅਤੇ ਉਹਦੇ ਨਾਲ ਉਹਦੀ ਗੱਡੀ ਆਰਾਮ ਨਾਲ ਨਿਕਲ ਜਾਂਦੀ ਸੀ। ਅਤੇ 6 ਮਹੀਨਿਆਂ ਤੋਂ ਉਹਨੇ ਇੱਕ ਵਾਰ ਵੀ ਪੈਸੇ ਨਹੀਂ ਦਿੱਤੇ, ਜਿਸ ਕਾਰਨ ਆ ਬੇਨਤੀ ਸੀ ਜੇਨੋਵਾ, ਜਿਹੜਾ ਆਊਟੋਸਟਰਾਦਾ ਜੇਨੋਵਾ ਦਾ A26 ਆ, ਅਤੇ ਜੇਨੋਵਾ ਗਰਾਵੇਲੋਨਾ ਤੋਚੇ ਦਾ, ਅਤੇ ਇਹਨੂੰ ਹੁਣ ਪੇਦਾਜੋ ਦੇਣੀ ਪੈਣੀ ਆ। ਸਰਕਾਰ ਨੇ ਜਿਹੜੀ ਉੱਥੇ ਚੁੰਗੀ ਲਾਈ, ਉਹ ਜੋ ਉੱਥੇ ਟੋਲ ਟੈਕਸ ਆ ਉਹ ਦੇਣਾ ਪੈਣਾ। ਉਸ ਤੋਂ ਬਾਅਦ ਇਹਨੂੰ 9 ਮਹੀਨੇ ਦੀ ਜੇਲ੍ਹ ਵੀ ਕੱਟਣੀ ਪੈਣੀ ਹੈ, ਕਿਉਂਕਿ ਸਰਕਾਰ ਦੇ ਨਾਲ ਧੋਖਾ ਕੀਤਾ ਇਸ ਬੰਦੇ ਨੇ। ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਸ਼ਾਤਰ, ਬਹੁਤ ਹੀ ਜ਼ਿਆਦਾ ਦਿਮਾਗਦਾਰ ਸਮਝਦਾ ਸੀ, ਪਰ ਸਿਆਣਾ ਕਾਂ ਹਮੇਸ਼ਾ ਧੋਖਾ ਹੀ ਖਾਂਦਾ ਆ। ਅਗਲੇ ਅਪਡੇਟ ਵੱਲ ਚੱਲਦੇ ਹਾਂ, ਜੋ ਕਿ ਹਰ ਇੱਕ ਬੰਦੇ ਲਈ ਜਿਨ੍ਹਾਂ ਦੇ ਬੱਚਿਆਂ ਦੀ ਉਮਰ ਛੋਟੀ ਆ। ਅਪਡੇਟ ਇਹ ਆ ਜੀ ਕਿ ਕੀਕੋ ਦਾ ਮਾਰਕਾ ਤੁਸੀਂ ਸਾਰੇ ਜਾਣਦੇ ਹੋਵੋਗੇ। ਕੀਕੋ ਦੇ ਜਿਹੜੇ ਬਾਜ਼ੇ ਪਰ ਸਿਜੋਲੀਨੀ ਆ, ਜਿਹਦੇ ਉੱਤੇ ਜਿਹੜੀਆਂ ਆਪਾਂ ਛੋਟੇ ਬੱਚਿਆਂ ਦੀਆਂ ਕਰੈਲੋ ਜਿਹੜੀਆਂ ਉਹ ਟਕਾਈ ਦੀਆਂ, ਉਹ ਉਹਨਾਂ ਨੇ ਮੰਗਾ ਲਿਆ, ਵਾਪਸ ਕਰ ਲਿਆ। ਜੇਕਰ ਤੁਸੀਂ ਵੀ ਜਿਹੜਾ ਬਾਜ਼ੇ ਦਾ ਨਾਮ ਆ ਜੀ, ਨੋਟ ਕਰ ਲਓ, ਬਾਜ਼ੇ ਈਜ਼ੋਫਿਕਸ ਜਾਂ ਫਿਰ ਬਾਜ਼ੀ ਈਜ਼ੋਫਿਕਸ ਨਾਂ ਆ ਦਾ। ਜੇਕਰ ਤੁਸੀਂ ਵੀ ਇਹ ਮਾਡਲ ਲਿਆ ਆ
ਤੇ 2020 ਜੁਲਾਈ 2020 ਤੋਂ ਬਾਅਦ ਇਹ ਵਿਕਣਾ ਸ਼ੁਰੂ ਹੋਇਆ ਸੀ। ਤੇ ਜੇਕਰ ਤੁਸੀਂ ਵੀ ਇਹ ਲਿਆ ਤਾਂ ਫਿਰ ਤੁਸੀਂ ਇਹਨੂੰ ਵਾਪਸ ਕਰ ਦਿਓ, ਤੁਹਾਡੇ ਜਿਹੜੇ ਪੈਸੇ ਆ ਤੁਹਾਨੂੰ ਰਿਫੰਡ ਕਰ ਦਿੱਤੇ ਜਾਣਗੇ। ਸਰਕਾਰ ਨੇ ਦੱਸਿਆ ਕਿ ਬੱਚਿਆਂ ਦੀ ਸੇਫਟੀ ਦੇ ਲਈ ਇਹ ਜਿਹੜੇ ਆਪਣੇ ਰੇਹੜੀਆਂ ਰੱਖਣ ਵਾਲੀ, ਕਰੈਲੋ ਰੱਖਣ ਵਾਲੀ ਇਹ ਜੋ ਚੀਜ਼ ਆ, ਬਾਜ਼ ਆ, ਇਹ ਸਹੀ ਨਹੀਂ ਹੈਗੀ। ਇਹਦੇ ਨਾਲ ਬੱਚੇ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਪੈ ਸਕਦੀ ਆ। ਡਾਕਟਰਾਂ ਦੀਆਂ ਗਲਤੀਆਂ ਬਾਰੇ ਤਾਂ ਅਸੀਂ ਬਹੁਤ ਸੁਣਿਆ, ਕਾਫੀ ਮੁਲਕਾਂ ਦੇ ਵਿੱਚ, ਆਪਣੇ ਮੁਲਕਾਂ ਦੇ ਵਿੱਚ ਵੀ ਅਸੀਂ ਸੁਣਿਆ ਕਿ ਡਾਕਟਰਾਂ ਦੀ ਗਲਤੀਆਂ ਦੇ ਨਾਲ ਮੌਤਾਂ ਹੋ ਜਾਂਦੀਆਂ। ਪਰ ਇਟਲੀ ਦੇ ਵਿੱਚ ਵੀ ਕੁਛ ਇੱਦਾਂ ਦੇ ਕੇਸ ਹੁੰਦੇ ਆ, ਕਿਉਂਕਿ ਡਾਕਟਰ ਵੀ ਇਨਸਾਨ ਹੀ ਹੁੰਦੇ ਨੇ। ਆਖਰ ਬੋਲੋਨੀਆ ਦੇ ਵਿੱਚ 2020 'ਚ ਇੱਦਾਂ ਦਾ ਹੀ ਇੱਕ ਕੇਸ ਹੋਇਆ ਸੀ ਕਿ 4 ਸਾਲ ਦੀ ਬੱਚੀ ਹੌਸਪੀਟਲ ਦੇ ਵਿੱਚ ਦਮ ਤੋੜ ਦਿੰਦੀ ਆ। ਗੱਲ ਕੀ ਆ, ਕਿਉਂਕਿ ਸਰਕਾਰ, ਜਿਹੜੇ ਡਾਕਟਰ ਸੀ, ਉਹਨਾਂ ਦੀ ਲਾਪਰਵਾਹੀ ਕਾਰਨ ਉਹਨਾਂ ਨੇ ਜਿਹੜੇ ਟੈਸਟ ਕੀਤੇ ਸੀ, ਗਲਤੀ ਦੇ ਨਾਲ ਦਵਾਈ ਆ ਜਿਹੜੀ, ਜੋ ਉਹਦਾ ਟਰੀਟਮੈਂਟ ਸੀ, ਬਿਲਕੁਲ ਹੀ ਗਲਤ ਕਰ ਦਿੱਤਾ ਗਿਆ। ਅਤੇ ਜਿਹੜਾ ਉੱਥੇ ਦਾ ਪੋਲੀਕਲੀਨਿਕ, ਉਹ ਜਿਹੜਾ ਹਸਪਤਾਲ ਆ, ਉਹ ਹਸਪਤਾਲ ਫਿਲਹਾਲ ਉਹਦਾ ਨਾਮ ਨਹੀਂ ਅਸੀਂ ਲਾਵਾਂਗੇ, ਪਰ ਇੱਦਾਂ ਬੋਲੋਨੀਆ ਦੇ ਵਿੱਚ ਪੈ ਰਿਹਾ। ਅਤੇ ਉਹ ਕਹਿ ਰਹੇ ਨੇ ਕਿ ਸਾਨੂੰ ਇਸ ਗੱਲ 'ਤੇ ਬਹੁਤ ਹੀ ਜ਼ਿਆਦਾ ਅਫਸੋਸ ਆ ਵੀ ਜੋ ਡਾਕਟਰਾਂ ਦੇ ਕਾਰਨ ਹੋਇਆ, ਪਰ ਜੋ ਇਨਕੁਆਇਰੀ ਦੀ ਜੋ ਸਿੱਟਾ ਨਿਕਲੂਗਾ ਅਸੀਂ ਉਹਦੇ ਨਾਲ ਸਹਿਮਤ ਹੋਵਾਂਗੇ। ਵੱਧਦੇ ਹਾਂ ਅਗਲੇ ਅਪਡੇਟ ਵੱਲ। ਅਗਲਾ ਅਪਡੇਟ ਆਪਣਾ ਚੀਜ਼ੇਨਾ ਤੋਂ ਆ ਰਿਹਾ, ਜਿੱਥੇ ਇੱਕ ਬੰਦੇ ਨੂੰ ਘਰ ਤੋਂ, ਆਪਣੀ ਛੱਤ ਤੋਂ ਹਰ ਰੋਜ਼ ਇੱਕ ਵੱਖਰੀ ਜਿਹੀ ਆਵਾਜ਼ ਸੁਣਦੀ, ਖੜਾਕਾ ਸੁਣਨਾ, ਕੋਈ ਤੁਰਿਆ ਫਿਰਿਆ ਜਾਂਦਾ, ਕੋਈ ਦੌੜਿਆ ਜਾਂਦਾ, ਇੱਦਾਂ ਦੀਆਂ ਉਹਨੂੰ ਆਵਾਜ਼ਾਂ ਆਉਂਦੀਆਂ ਸੀ, ਟਕ 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 ਦਾ, ਫਿਰ ਜਿੱਦਾਂ ਘੋੜੇ ਦੌੜਦੇ ਹੁੰਦੇ, ਇੱਦਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ ਆਪਣੀ ਛੱਤ ਤੋਂ। ਅਤੇ ਆਖਰਕਾਰ ਉਹ ਦਿਨ ਦਾ ਟਾਈਮ ਸੀ, ਹਿੰਮਤ ਜਟਾਉਂਦਾ, ਕਹਿੰਦਾ ਫਿਰ ਅੱਜ ਤਾਂ ਮੈਂ ਨਹੀਂ, ਜਾਂ ਫਿਰ ਉਹ ਆਵਾਜ਼ ਨਹੀਂ, ਚੜ੍ਹ ਜਾਂਦਾ ਜੀ ਛੱਤ 'ਤੇ। ਹੁਣ ਛੱਤ 'ਤੇ ਚੜ੍ਹਦਾ, 44 ਸਾਲ ਦਾ ਇਹ ਬੰਦਾ ਛੱਤ 'ਤੇ ਜਦੋਂ ਚੜ੍ਹਦਾ, ਉਹਦਾ ਜਿਹੜਾ ਸੀਮੈਂਟ ਜਾਂਦਾ ਟੁੱਟ ਅਤੇ ਗੁਆਂਢੀਆਂ ਦੇ ਘਰ ਦੇ ਵਿੱਚ ਜਾ ਕੇ ਡਿੱਗਦਾ। ਹੁਣ ਇਹ ਨਹੀਂ ਜੀ ਅਖਬਾਰ ਦੇ ਵਿੱਚ, ਖਬਰਾਂ ਦੇ ਵਿੱਚ ਦੱਸਿਆ ਕਿ ਛੱਤ ਦੇ ਕਿਹੜੇ ਕੋਨੇ 'ਚ ਖੜ੍ਹਾ ਸੀ ਜਿਹੜਾ ਡਿੱਗਿਆ, ਆਪਣੇ ਗੁਆਂਢੀ ਦੇ ਘਰ ਆ, ਪਰ ਸੱਟਾਂ ਇਹਦੇ ਬਹੁਤ ਹੀ ਜ਼ਿਆਦਾ ਗੁੱਝੀਆਂ ਲੱਗੀਆਂ ਇਹਦੇ। ਅਤੇ ਉਹੀ ਜਿਸ ਗੁਆਂਢੀ ਦੇ ਘਰ ਡਿੱਗਿਆ, ਉਸ ਹੀ ਗੁਆਂਢੀ ਨੇ ਫਿਰ ਐਂਬੂਲੈਂਸ ਨੂੰ ਫੋਨ ਕੀਤਾ ਕਿ ਬੰਦਾ ਛੱਤ ਜਿਹਦਾ ਟੁੱਟਣ ਕਾਰਨ ਮੇਰੇ ਘਰ 'ਚ ਡਿੱਗ ਗਿਆ। ਅਤੇ ਇਹ ਜਿਹੜੀ ਸੋਤੋ ਤੈਤੋ ਹੁੰਦੀ ਹੈ, ਜਿੱਦਾਂ ਛੱਤ ਇੱਥੇ ਇਟਲੀ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ, ਬਾਹਰਲੇ ਮੁਲਕਾਂ ਦੇ ਵਿੱਚ ਬਰਫ਼ ਤੋਂ ਬਚਣ ਦੇ ਲਈ ਝੌਂਪੜੀ ਟਾਈਪ ਹੁੰਦੀ ਹੈ, ਉਹਦੇ ਵਿੱਚ ਜਿਹੜਾ ਸਪੇਸ ਹੁੰਦਾ ਨਾ, ਉਹਦੇ ਵਿੱਚ ਸੀਗਾ ਇਹ। ਅਤੇ ਹੁਣ ਕਮੂਨੇ ਨੇ ਜਾਂ ਉੱਥੇ ਜਿਹੜੇ ਬੰਦੇ ਉਹਨਾਂ ਨੇ ਦੇਖਿਆ, ਉਹ ਦੱਸਿਆ ਕਿ ਇਹ ਜਿਹੜਾ ਘਰ ਹੁਣ ਅਜੀਬ ਹੀ ਲਿਆ, ਕਿ ਇਹ ਹੁਣ ਘਰ ਰਹਿਣ ਦੇ ਲਾਇਕ ਨਹੀਂ ਹੈਗਾ, ਕਿਉਂਕਿ ਛੱਤ ਨਹੀਂ ਹੈਗੀ, ਸੀਮੈਂਟ ਟੁੱਟਣ ਦੇ ਕਾਰਨ ਉਹਦੀ ਲੱਤ 'ਤੇ ਸ਼ਾਇਦ ਦੱਸਿਆ ਜਾ ਰਿਹਾ ਕਿ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਹੀ ਕੋਈ ਹੋਰ ਕੋਈ ਅਪਡੇਟ ਸਾਡੇ ਸਾਹਮਣੇ ਆਉਂਦਾ ਤਾਂ ਤੁਹਾਨੂੰ ਅਸੀਂ ਮੋੜੇ ਜ਼ਰੂਰ ਰੱਖਾਂਗੇ ਜੀ। ਅਗਲਾ ਅਪਡੇਟ ਆਪਣਾ ਆ ਰਿਹਾ ਜੀ ਆਈਫਾ ਤੋਂ। ਆਈਫਾ ਕੌਣ ਹੈ ਜੀ? ਆਈਫਾ ਹੈਗਾ ਇਟਲੀ ਦੇ ਵਿੱਚ, ਜਿਹੜੀ ਸਾਰੇ ਯੂਰਪ ਦੇ ਵਿੱਚ ਦਵਾਈਆਂ ਨੂੰ ਜਿਹੜੀ ਕੰਟਰੋਲ ਕਰਦੀ ਹੈ ਕੰਪਨੀ, ਉਹ ਹੈਗੀ ਜੀ EMA। ਇਟਲੀ ਦੇ ਵਿੱਚ ਜਿਹੜੀ ਨੈਸ਼ਨਲ ਲੈਵਲ 'ਤੇ ਕੰਟਰੋਲ ਕਰਦੀ ਹੈ ਉਹ ਹੈਗੀ ਆਈਫਾ। ਆਈਫਾ ਨੇ ਇਟਲੀ ਦੇ ਵਿੱਚ ਕਿਹਾ, ਹਾਂਜੀ ਤੁਸੀਂ ਜਿਹੜੇ ਦੂਸਰੀਆਂ ਡੋਜ਼ਾਂ ਵੀ ਲਾ ਸਕਦੇ ਹੋ ਬੰਦਿਆਂ ਦੇ ਜਿਨ੍ਹਾਂ ਦੇ ਪਹਿਲੀ ਡੋਜ਼ ਕਿਸੇ ਹੋਰ ਵੈਕਸੀਨ ਦੀ ਲੱਗੀ ਹੈ। ਕਹਿਣ ਦਾ ਮਤਲਬ ਇੱਥੇ ਅੰਤਰਗਤੀ ਦੱਸਿਆ ਜਾ ਰਿਹਾ ਕਿ ਜਿਨ੍ਹਾਂ ਦੇ ਆਸਟਰਾਜ਼ੇਨੇਕਾ ਵੈਕਸੀਨ ਲੱਗੀ ਹੈ ਉਹਨਾਂ ਦੇ ਦੂਸਰੀ ਵੈਕਸੀਨ ਵੀ ਲੱਗ ਸਕਦੀ ਆ, ਪਰ ਬਹੁਤ ਹੀ ਜ਼ਿਆਦਾ ਧਿਆਨ ਰੱਖਿਓ, ਦੂਸਰੀ ਵੈਕਸੀਨ ਲਾਉਣ ਤੋਂ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ। ਉੱਧਰ ਹੀ ਕਲਾਬਰੀਆ ਦੇ ਵਿੱਚ 5 ਕਮੂਨੇ ਆ ਜਿਹੜੇ 26 ਅਪ੍ਰੈਲ ਤੱਕ ਰੈੱਡ ਜ਼ੋਨ ਦੇ ਵਿੱਚ ਚਲੇ ਗਏ ਨੇ। ਕਿਹੜੇ ਕਮੂਨੇ ਆ ਜੀ? ਆਕਰੀ, ਆਲਤੋ ਮੋਂਤੇ, ਕਰੋਜ਼ੀਆ, ਸਨ ਜੋਵਾਨੀ ਫਿਓਰੇ ਅਤੇ ਕੂਤਰੋ। ਇਹ ਨੇ ਜੀ ਉਹ ਕਮੂਨੇ, ਉਹ ਪਿੰਡ ਜਿਹੜੇ ਰੈੱਡ ਜ਼ੋਨ ਦੇ ਵਿੱਚ ਚਲੇ ਗਏ ਨੇ। ਹੁਣ ਹੀ ਆਪਣੇ ਇਟਲੀ ਦੇ ਸਿਹਤ ਮੰਤਰੀ, ਜਿਹਨਾਂ ਦਾ ਨਾਮ ਮਿਨਿਸਟਰ ਰੋਬਰਟੋ ਸਪੇਰਾਂਸਾ ਜੀ, ਉਹਨਾਂ ਦਾ ਇੱਕ ਬਿਆਨ ਆ, ਕਹਿ ਰਹੇ ਨੇ ਜੀ ਜੌਨਸਨ ਵੈਕਸੀਨ ਵਰਤ ਹੋਣੀ ਚਾਹੀਦੀ ਹੈ, ਇਹਦੀ ਵਰਤੋਂ ਕੀਤੀ ਜਾਣੀ ਚਾਹੀਦੀ, ਕਿਉਂਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਹਦੀ ਵਰਤੋਂ ਕਰਨੀ। ਅਤੇ ਉੱਧਰ ਆਪਣੇ ਅਮਰੀਕਾ ਦੇ ਵਿੱਚ ਐਂਥਨੀ ਫਾਊਚੀ ਜੀ, ਜੋ ਕਿ ਛੂਤ ਦੇ ਬਿਮਾਰੀਆਂ ਦੇ ਐਕਸਪਰਟ ਨੇ, ਉਹ ਕਹਿ ਰਹੇ ਨੇ ਕਿ ਜੇ 10 ਲੱਖ ਬੰਦੇ ਪਿੱਛੇ ਇੱਕ ਅਚਾਨਕ ਕੇਸ ਆ ਜਾਂਦਾ, ਜ਼ਰੂਰੀ ਨਹੀਂ ਹੋਵੇ ਕਿ ਹਰ 10 ਲੱਖ ਪਿੱਛੇ ਇੱਦਾਂ ਦਾ ਕੇਸ ਆਵੇ, ਕਿਉਂਕਿ 68 ਲੱਖ ਪਿੱਛੇ 6 ਕੇਸ ਆਏ। ਉਹ ਕਹਿ ਰਹੇ ਨੇ ਕਿ 10 ਲੱਖ ਪਿੱਛੇ ਇੱਕ ਕੇਸ ਆਉਂਦਾ, ਅਤੇ ਸ਼ਾਇਦ ਇਨਡਾਇਰੈਕਟਲੀ ਇਹ ਕਹਿ ਰਿਹਾ ਕਿ ਸਾਇੰਸ ਆ ਜਾਂ ਫਿਰ ਜੋ ਪ੍ਰਕਿਰਤੀ ਆ, ਜੋ ਵਿਗਿਆਨ ਆ, ਇਹ ਬਲੀਦਾਨ ਮੰਗਦੀ ਆ। ਕਿਉਂਕਿ ਸ਼ਾਇਦ ਅਸੀਂ ਇੱਕ ਹੋਰ ਦੱਸਦੇ ਹਾਂ ਕਿ ਸ਼ਾਇਦ ਇਹ ਵੀ ਕਹਿਣਾ ਚਾਹੁੰਦੇ ਹੋਣ ਕਿ ਆਟੇ ਦੇ ਨਾਲ ਘੂਣ ਵੀ ਪਿਸਦਾ, ਪਰ ਅਸੀਂ ਇਹੀ ਸਲਾਹ ਦੇਵਾਂਗੇ ਤੁਹਾਨੂੰ ਸਾਰਿਆਂ ਨੂੰ ਕਿ ਸਰਕਾਰ ਜੋ ਹਿਦਾਇਤ ਦੇ ਰਹੀ ਆ ਉਹਨਾਂ ਦੇ ਉੱਤੇ ਚੱਲੋ। ਜੇਕਰ ਕੋਈ ਕਹਿ ਰਿਹਾ ਵੈਕਸੀਨ ਲਵਾਉਣੀ ਨਾ ਲਵਾਉਣੀ, ਇਹ ਤੁਹਾਡਾ ਆਪਣਾ ਪਰਸਨਲ ਫੈਸਲਾ ਹੋਣਾ ਚਾਹੀਦਾ। ਉਸ ਤੋਂ ਬਾਅਦ ਨਾਪੋਲੀ ਦੇ ਵਿੱਚ 2 ਪਿੰਡਾਂ ਦੇ ਵਿੱਚ 2 ਪੋਜ਼ੀਟਿਵ ਆਏ ਨੇ। ਪੂਰੀਆਂ ਜਿਹੜੀਆਂ ਕਲਾਸਾਂ ਉਹਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਜੀ। ਤੋਰੇ
ਦਿਲ ਗਰੇਕੋ ਪਿੰਡ ਵਾ, ਜਿਹਦੇ ਵਿੱਚ ਪੂਰੀਆਂ ਕਲਾਸਾਂ ਨੂੰ ਬੰਦ ਕਰ ਦਿੱਤਾ ਗਿਆ ਜੀ। ਅਤੇ ਉਸ ਤੋਂ ਬਾਅਦ ਜਿਹੜੇ ਸਕੂਲ ਵਾ ਉਹ ਤਰੰਤੋ ਪਿੰਡ ਵਾ, ਉਹ ਤਰੰਤੋ ਪਿੰਡ ਦੇ ਵਿੱਚ ਵੀ ਜਿਹੜੇ ਸਕੂਲ ਆ ਲੇਚੇ ਦੇ ਵਿੱਚ ਪੈ ਰਿਹਾ, ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। ਕਿਉਂ ਕੀਤਾ? ਕਿਉਂਕਿ ਪਾਸਕੂਏ 'ਤੇ ਲੋਕ ਜਿਹੜੇ ਇਕੱਠੇ ਹੋਏ ਸੀ, ਇਕੱਠੇ ਹੋਣ ਤੋਂ ਬਾਅਦ ਇਹ ਜਿਹੜੀ ਪ੍ਰੋਬਲਮ ਸਾਹਮਣੇ ਆ ਰਹੀ ਆ। ਅਤੇ ਵਿਨੀਤ ਦਾ ਅਪਡੇਟ ਆ ਰਿਹਾ ਜੀ, ਕਹਿ ਰਹੇ ਨੇ ਕਿ ਅਸੀਂ 80 ਸਾਲ ਤੋਂ ਉੱਤੇ ਜਿਹੜੇ ਬੰਦੇ, ਇਹਨਾਂ ਦੇ ਵੈਕਸੀਨ ਬਹੁਤ ਹੀ ਜਲਦ ਖਤਮ ਕਰ ਦੇਣੀ ਹੈ। ਉਮੀਦ ਆ ਕਿ ਖਤਮ ਕਰਨ ਦਾ ਮਤਲਬ ਆ ਕਿ ਇਹਨਾਂ ਨੇ ਪੂਰੇ ਬੰਦਿਆਂ ਦੀ ਜਿਹੜੀ ਸੀਗੀ ਉਹ ਲਾ ਦੇਣੀ ਹੈ। ਅਗਲੇ ਅਪਡੇਟ ਵੱਲ ਵੱਧਦੇ ਹਾਂ ਜੀ। ਅਗਲਾ ਅਪਡੇਟ ਆ ਜੀ, ਇਟਲੀ ਦੇ ਵਿੱਚ ਲੋਕ ਜਦੋਂ ਇਕੱਠੇ ਹੁੰਦੇ ਆ, ਮਾਰਿਆਂ ਦੇ ਉੱਤੇ ਜਾਂਦੇ ਆ, ਤਾਂ ਉਹਨਾਂ ਨੂੰ ਪਤਾ ਕਿ ਪੁਲਿਸ ਪੈ ਜਾਂਦੀ, ਛਾਪਾ ਪੈ ਜਾਂਦਾ, ਅਤੇ ਛਾਪਾ ਪੈਣ ਦੇ ਲਈ ਨੱਠ ਨਹੀਂ ਹੁੰਦਾ, ਅਤੇ ਜੇ ਮੂਹਰੇ ਆ ਜਾਵੇ ਤਾਂ ਭਾਵੇਂ ਸਾਈਕਲਾਂ ਦੀ ਪੁਲਿਸ ਹੋਵੇ, ਜਿੱਦਾਂ ਵੀ ਹੈ। ਅਤੇ ਇੱਕ ਬੰਦੇ ਨੇ ਸਕੀਮ ਲਾਈ ਜੀ ਆਪਣੀ ਗੱਡੀ ਦੇ ਨਾਲ, ਸ਼ੁਭ ਹੁੰਦੀ ਜਿਹੜੀ ਆਪਣੀ ਜੀਪ ਟਾਈਪ ਗੱਡੀ ਹੁੰਦੀ ਹੈ, ਉਹਦੇ ਵਿੱਚ ਗਿਆ, ਮਾਰਿਆਂ 'ਤੇ ਸਮੁੰਦਰ ਦੇ ਕੰਢੇ ਬੈਠਾ ਆਰਾਮ ਨਾਲ ਧੁੱਪ ਸੇਕ ਰਿਹਾ ਸੀ। ਪਤਾ ਨਹੀਂ ਕਿਹੜੇ ਪਾਸੇ ਧੁੱਪ ਸੀ, ਪਰ ਧੁੱਪ ਸੀਗੀ ਸਾਲੈਂਤੋ ਆ, ਜੋ ਕਿ ਪੋਰਤੋ ਚੀਜ਼ਾਰੇ ਉਹਦੇ ਵਿੱਚ ਆ, ਸਪਿਆਜਾ ਉੱਥੇ ਦਾ ਜਿਹੜਾ ਕੰਢਾ ਸਮੁੰਦਰ ਦਾ, ਸਾਲੈਂਤੋ ਦੇ ਵਿੱਚ ਆ ਜੀ। ਉੱਥੇ ਬਸ ਫਿਰ ਕੀ ਸੀ, ਫੋਟੋਆਂ ਖਿੱਚ ਲਈਆਂ, ਉਹਨੂੰ 2700 ਦਾ 2700 ਦਾ ਜੁਰਮਾਨਾ ਕੀਤਾ, ਕਿਉਂਕਿ ਸਰਕਾਰ ਉਹਨੇ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਟਲੀ ਦੇ ਵਿੱਚ ਜਿਹੜੇ ਕਾਨੂੰਨ ਇਸ ਟਾਈਮ ਐਂਟੀ ਕੋਵਿਡ ਆ, ਉਹਨਾਂ ਦੀ ਉਲੰਘਣਾ ਕੀਤੀ ਹੈ। ਦੂਸਰੀ, ਉਸ ਜਿਹੜੀ ਸਪਿਆਜਾ ਉਹ ਸਮੁੰਦਰ ਦੇ ਕੰਢੇ ਗੱਡੀਆਂ ਨਹੀਂ ਲੈ ਕੇ ਜਾ ਸਕਦੇ, ਜੋ ਕਿ ਉਹਨੇ ਸ਼ਾਇਦ ਸੋਚਿਆ ਇੱਥੇ ਕਿਹੜਾ ਕੋਈ ਦੇਖਦਾ ਆ, ਕਿ ਕਬੂਤਰ ਬਣਿਆ ਪਈ ਸੱਪ ਨੂੰ ਦੇਖ ਕੇ ਅੱਖਾਂ ਮੀਟਣ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਮੈਂ ਗਾਇਬ ਹੋ ਗਿਆ। ਅਗਲਾ ਅਪਡੇਟ ਆ ਰਿਹਾ ਜੀ ਆਪਣਾ, ਅਗਲਾ ਅਪਡੇਟ ਆਪਣਾ ਆ ਗਿਆ ਜੀ ਅਲਬੀਨੀਆ ਸੇਗੋ ਤੋਂ। ਪਿੰਡ ਦਾ ਨਾਮ ਹੈ ਜੀ ਅਲਬੀਨੀਆ ਸੇਗੋ, ਅਤੇ ਇੱਥੇ ਇੱਕ ਅਜੀਬੋ ਗਰੀਬ ਘਟਨਾ ਵਾਪਰੀ ਹੈ। ਅਜੀਬੋ ਗਰੀਬ ਘਟਨਾ ਇਸ ਤਰ੍ਹਾਂ ਵਾਪਰੀ, ਕਿਸੇ ਸ਼ਰਾਰਤੀ ਦਾ ਕੰਮ ਹਰ ਕਮੂਨੇ ਦੇ ਮੂਹਰੇ ਤੁਸੀਂ ਦੇਖਿਆ ਹੋਣਾ, ਤਕਰੀਬਨ ਰੰਗ ਬਰੰਗੀਆਂ ਲਾਈਟਾਂ ਦੇ ਵਿੱਚ ਲਿਖਿਆ ਹੁੰਦਾ, ਉਹਦੇ ਵਿੱਚ ਟਾਈਮ ਲਿਖਿਆ ਹੁੰਦਾ, ਜਾਂ ਫਿਰ ਉੱਥੇ ਕੋਈ ਫੋਟੋ ਲੱਗੀ ਹੁੰਦੀ ਹੈ, ਕੋਈ ਮਸ਼ਹੂਰੀ ਲੱਗੀ ਹੁੰਦੀ ਹੈ, ਇੱਦਾਂ ਦੀ ਤੁਹਾਨੂੰ ਪਤਾ ਕਿ ਹਰ ਕਮੂਨਿਆਂ ਦੇ ਵਿੱਚ ਲੱਗੀ ਹੁੰਦੀ। ਪਰ ਇੱਥੇ ਕਿਸੇ ਨੇ ਕੀ ਕੀਤਾ, ਇੱਥੇ ਜਿਹੜਾ ਸ਼ਰਾਰਤੀ ਬੰਦਾ ਸੀ, ਜੋ ਵੀ ਸੀਗਾ, ਉਹਨੇ ਇਸ ਸਿਸਟਮ ਨੂੰ ਹੈਕ ਕੀਤਾ। ਹੈਕ ਕਰਕੇ ਇਹਦੇ 'ਤੇ ਕੁਛ ਅਸ਼ਲੀਲ ਤਸਵੀਰਾਂ ਦਾ ਪ੍ਰਸਾਰਨ ਕਰ ਦਿੱਤਾ। ਲੰਘਦੇ ਵੜਦਿਆਂ ਨੇ ਗੱਲ ਨੋਟਿਸ ਕੀਤੀ, ਪੁਲਿਸ ਕੋਲ ਪਹੁੰਚੀ, ਕਾਰਾਬੀਨੀਅਰੀ ਪਹੁੰਚੀ। ਹੁਣ ਇਸ ਦੀ ਤਹਿਕੀਕਾਤ ਕਰ ਰਿਹਾ ਜੀ, ਇਨਕੁਆਇਰੀ ਚੱਲ ਰਹੀ ਹੈ ਕਿ ਕੌਣ ਸੀ ਉਹ ਬੇਵਕੂਫ ਇਨਸਾਨ ਜਿਹਨੇ ਜੋ ਅਸ਼ਲੀਲ ਤਸਵੀਰਾਂ ਦਾ ਪ੍ਰਸਾਰਨ ਸਿੱਧਾ ਉਸ ਪਬਲਿਕ ਪਲੇਸ ਦੇ ਵਿੱਚ ਕਰਤਾ। ਪਰ ਜਿਹੜੇ ਕਮੂਨੇ ਉਹ ਕਹਿ ਰਹੇ ਨੇ ਜੀ ਕਿ ਸਿਰਫ ਫੋਟੋਆਂ ਹੀ ਲਾਈਆਂ ਗਈਆਂ ਨੇ, ਸਿਰਫ ਫੋਟੋਆਂ ਹੀ ਲੱਗੀਆਂ, ਕਿਸੇ ਵੀ ਤਰ੍ਹਾਂ ਦੀ ਵੀਡੀਓ ਨਹੀਂ ਲੱਗੀ। ਰਾਤ ਦੇ 9 ਵਜੇ ਦਾ ਟਾਈਮ ਸੀ, ਕੋਈ ਵੀਡੀਓ ਨਹੀਂ ਚੱਲੀ, ਸਿਰਫ ਇੰਟਰਨੈਟ ਤੋਂ ਡਾਊਨਲੋਡ ਕੀਤੀਆਂ ਫੋਟੋਆਂ ਹੀ ਚੱਲੀਆਂ ਨੇ। ਅਤੇ ਵੱਧਦੇ ਆ ਜੀ ਆਪਣੇ ਲਾਸਟ ਅਪਡੇਟ ਵੱਲ। ਲਾਸਟ ਅਪਡੇਟ ਆ ਜੀ ਆਪਣਾ ਬੋਨਸ ਕਾਜ਼ਾਲਿੰਗੇ 'ਤੇ। ਬੋਨਸ ਕਾਜ਼ਾਲਿੰਗੇ ਅਸਲ ਦੇ ਵਿੱਚ ਕੀ ਆ, ਸ਼ਾਇਦ ਕਿਸੇ ਨੂੰ ਆਪਣੇ ਵੀਰ ਨੂੰ ਭੁਲੇਖਾ ਲੱਗ ਗਿਆ, ਗਲਤੀ ਲੱਗ ਗਈ, ਜਾਂ ਕਿਸੇ ਨੂੰ ਸਮਝਣ ਦੇ ਵਿੱਚ ਗਲਤੀ ਲੱਗ ਗਈ ਕਿ ਬੋਨਸ ਕਾਜ਼ਾਲਿੰਗੇ ਸਰਕਾਰ ਪੈਸੇ ਦੇ ਰਹੀ ਹੈ। ਹਾਂਜੀ, 2018 ਦੇ ਵਿੱਚ ਪੈਸੇ ਦੇ ਰਹੀ ਸੀ ਸਰਕਾਰ, ਬੋਨਸ ਕਾਜ਼ਾਲਿੰਗੇ ਵਾਲਾ ਬੋਨਸ ਦੀ ਜੋ ਕੁਪਾਤੇ ਸੀਗੇ, ਇੱਦਾਂ ਦਾ ਕੁਛ 2018 ਦੇ ਵਿੱਚ। 21 ਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੈਗਾ। ਸਰਕਾਰ ਬੰਦਿਆਂ ਨੂੰ ਪੈਸੇ ਨਹੀਂ ਦੇ ਰਹੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਔਰਤਾਂ ਨੇ ਜੋ ਕੰਮ ਨਹੀਂ ਕਰ ਰਹੀਆਂ, ਹਾਊਸ ਵਾਈਫਾਂ ਨੇ। ਪਰ ਸਰਕਾਰ ਕੀ ਕਰ ਰਹੀ ਹੈ ਜੀ, ਉਹਨਾਂ ਨੂੰ ਫੋਰਮਾਸਿਓਨੇ ਕਰਨ ਦੇ ਲਈ, ਉਹਨਾਂ ਨੂੰ ਟ੍ਰੇਨਡ ਕਰਨ ਦੇ ਲਈ, ਜਿਹਨਾਂ ਨੇ ਬੰਦਿਆਂ ਨੇ ਉਹਨਾਂ ਨੂੰ ਕੰਮ 'ਤੇ ਰੱਖਣਾ, ਉਹਨਾਂ ਨੂੰ ਜਾਂ ਤਾਂ ਟੈਕਸ ਮਾਫ ਕਰਗੇ, ਜਾਂ ਫਿਰ ਉਹਨਾਂ ਦੇ ਲਈ ਜਿਹੜੇ ਪੈਸੇ ਉਹ ਸਰਕਾਰ ਦੇਊਗੀ। ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਫੋਰਮਾਸਿਓਨੇ ਕਰਨਾ ਚਾਹੁੰਦੇ ਆ, ਇਹਦੇ ਲਈ ਸਰਕਾਰ ਨੇ ਪੈਸੇ ਦੇਣੇ ਆ। ਜਿਸ ਬੰਦੇ ਨੇ ਕਰਨੇ ਆ, ਜਿਸ ਬੰਦੇ ਨੇ ਦਮਾਂਦਾ ਕਰਨਾ, ਉਹਨੂੰ ਕੁਛ ਵੀ ਨਹੀਂ ਮਿਲਣਾ ਜੀ। ਮੰਨ ਲਓ ਘਰ ਦੇ ਵਿੱਚ ਕਿਸੇ ਦੇ ਵੀ ਔਰਤ ਜੋ ਕਿ ਕੰਮ ਕਰਨਾ ਚਾਹੁੰਦੀ ਆ, ਅਤੇ ਉਹਦੇ ਕੰਮ ਦੇ ਲਈ, ਉਹਨੂੰ ਕੰਮ ਸਿੱਖਣ ਦੇ ਲਈ ਜਿਸ ਜਗ੍ਹਾ 'ਤੇ ਉਹਨੇ ਜਾਣਾ, ਉੱਥੋਂ ਜਿਹੜੇ ਪੈਸਿਆਂ ਦਾ ਜੋ ਕੋਰਸ ਹੋਊਗਾ ਸਰਕਾਰ ਵੱਲੋਂ ਹੋਣਾ। ਅਤੇ ਇਸ ਕਰਕੇ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਇੱਦਾਂ ਦੇ ਪੈਸੇ ਨਹੀਂ ਆਉਂਦੇ। ਬਹੁਤ ਸਾਨੂੰ ਫੋਨ ਆਏ, ਆਪਣੇ ਮਨਦੀਪ ਵੀਰ ਜੀ ਦੇ ਵੀ ਆਏ ਨੇ ਕਿ ਕੁਲਵੀਰ ਸਿੰਘ ਵੱਲੋਂ ਖਬਰ ਦਿੱਤੀ ਗਈ ਸੀ ਕਿ ਪੈਸਿਆਂ ਦੇ। ਨਹੀਂ ਜੀ, ਬੋਨਸ ਕਾਜ਼ਾਲਿੰਗੇ ਦੇ ਫਿਲਹਾਲ ਇਸ ਟਾਈਮ ਪੈਸੇ ਨਹੀਂ ਆਉਂਦੇ। ਹਾਂਜੀ, ਇਹ ਜ਼ਰੂਰ ਆ, ਬੋਨਸ ਦੋਨੇ ਦੀ ਜੋ ਕੁਪਾਤੇ ਦਾ ਇਹ ਆ, ਜੇਕਰ ਕੋਈ ਔਰਤ ਜਿਹੜੀ ਕੰਮ ਕਰਦੀ ਹੋਵੇ, ਉਸ ਦਾ ਕੰਮ ਛੁੱਟ ਗਿਆ ਹੋਵੇ, ਉਹਨੂੰ ਕੋਈ ਮਾਲਕ ਕਿਸੇ ਬੇਰੁਜ਼ਗਾਰ ਔਰਤ ਨੂੰ ਕੰਮ 'ਤੇ ਰੱਖੇ, ਤਾਂ ਉਹਦਾ ਜਿਹੜਾ ਟੈਕਸ ਹੁੰਦਾ ਮਾਲਕ ਨੂੰ ਜਿਹੜਾ ਪੈਣਾ, ਉਹ ਮਾਫ ਹੋ ਜਾਂਦਾ। ਇਸ ਤੋਂ ਇਲਾਵਾ ਫਿਲਹਾਲ ਹੋਰ ਸਾਨੂੰ ਕੋਈ ਬੋਨਸ ਨਹੀਂ ਨਜ਼ਰ ਆ ਰਿਹਾ। ਅੱਜ ਫਿਰ ਅਸੀਂ ਨੈੱਟ 'ਤੇ ਸਰਚ ਕੀਤੀ ਹੈ, ਇਹ ਕਾਨੂੰਨ ਨੰਬਰ 126 13 ਅਕਤੂਬਰ 2020 ਦੇ ਵਿੱਚ ਆਇਆ ਸੀ, ਜੋ 2021 ਦੇ ਵਿੱਚ ਵੀ ਚੱਲ ਰਿਹਾ। ਜੇਕਰ ਕਿਸੇ ਹੋਰ ਨੂੰ ਪਤਾ, ਜਿਹਦੇ ਕੋਈ ਲਿੰਕ ਸਾਨੂੰ ਜ਼ਰੂਰ ਭੇਜੋ ਜਿਹਦੇ ਵਿੱਚ ਬੋਨਸ ਕਾਜ਼ਾਲਿੰਗੇ ਦਾ ਦੱਸਿਆ ਹੋਵੇ, ਇੰਪੋਰਤੀ ਪੈਸੇ ਵੀ ਕਿੰਨੇ ਮਿਲ ਰਹੇ ਆ। ਇਸ ਕਰਕੇ ਸਾਵਧਾਨ ਰਹੋ ਜੀ ਇੱਦਾਂ ਦੀਆਂ ਖਬਰਾਂ ਤੋਂ। ਕਈ ਵਾਰ
ਗਲਤੀ ਨਾਲ ਵੀ ਕਿਸੇ ਕੋਲ ਨਿਊਜ਼ ਚੜ੍ਹ ਜਾਂਦੀ ਆ, ਅਤੇ ਫਿਕਰ ਨਾ ਕਰੋ। ਅਤੇ ਮਿਲਾਂਗੇ ਜੀ ਅਸੀਂ ਆਪਣੇ ਨੈਕਸਟ ਅਪਡੇਟ ਦੇ ਵਿੱਚ। ਉਹਨਾਂ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਤੁਸੀਂ ਸੁਣ ਰਹੇ ਟਾਲੀਨ ਖਬਰਾਂ ਕੁਲਵੀਰ ਸਿੰਘ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।